हेलो स्टूडेंट, आज आप बीएड जोड़ा है फर्स्ट semester का जो सब्जेक्ट है उन्हें शुरू करने जा रहे हैं। द नेम ऑफ द सब्जेक्ट इज लाइब्रेरी एंड लर्निंग रिसोर्सेज। लाइब्रेरी एंड लर्निंग रिसोर्सेज। आप पहला सेक्शन ए शुरू करांगे, ठीक है जी। सेक्शन ए का फर्स्ट टॉपिक शुरू करांगे, दैट इज लाइक मीनिंग ऑफ लाइब्रेरी। ठीक है जी स्टूडेंट, नवा टॉपिक शुरू करने जा रहे हैं। जे किसी भी स्टूडेंट को इसे रिगार्डिंग कोई भी प्रॉब्लम आती है तो यू कैन लीव योर प्रॉब्लम्स इन द कमेंट बॉक्स। यू कैन आस्क एनीथिंग दैट यू आर नॉट अंडरस्टैंडिंग इन दिस लेक्चर इन द कमेंट बॉक्स। कमेंट बॉक्स ਦੇ ਵਿੱਚ ਤੁਸੀਂ ਕੋਈ ਵੀ ਆਪਦੀ ਕੁਐਰੀ ਹੈ ਜਾਂ ਕੋਈ ਵੀ ਕੁਐਸਚਨ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਮੇਰੇ ਤੋਂ ਕਦੇ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ। ਤਾਂ ਅੱਜ ਆਪਾਂ ਸਬਜੈਕਟ ਕਰੇ ਲਾइब्रेरी ਐਂਡ ਲਰਨਿੰਗ ਰਿਸੋਰਸ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਾइब्रेरी ਦਾ ਮੀਨਿੰਗ ਦੇਖਾਂਗੇ, ਦੈਟ ਵਾਟ ਇਜ਼ ਦ ਮੀਨਿੰਗ ਆਫ ਲਾइब्रेरी। ਆਮ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਹਾਂ, ਤੁਸੀਂ ਕਾਲਜ ਵਿੱਚ ਪਹਿਲੇ ਸਕੂਲ ਦੇ ਵਿੱਚ ਪੜ੍ਹਦੇ ਹੋ, ਸਕੂਲ ਦੇ ਵਿੱਚ ਵੀ ਤੁਹਾਨੂੰ ਲਾइब्रेरी ਦੇਖਣ ਨੂੰ ਮਿਲਦੀ ਹੈ। ਉਸ ਤੋਂ ਇਲਾਵਾ ਉਸ ਤੋਂ ਬਾਅਦ ਆਪਾਂ ਕਾਲਜ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਉੱਥੇ ਵੀ ਆਪਾਂ ਲਾइब्रेरी ਦੇਖਦੇ ਹਾਂ। ਤਾਂ ਬੇਸਿਕਲੀ ਲਾइब्रेरी ਇਜ਼ ਅ ਪਲੇਸ ਵੇਅਰ ਬੁੱਕਸ ਆਰ ਕੈਪਟ। ਤਾਂ ਆਪਾਂ ਲਾइब्रेरी ਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ? ਲਾइब्रेरी ਇੱਕ ਇਹੋ ਜਿਹੀ ਜਗ੍ਹਾ ਜਿੱਥੇ ਬਹੁਤ ਸਾਰੀਆਂ ਕਿਤਾਬਾਂ ਦਾ ਭੰਡਾਰ ਭਰ ਕੇ ਰੱਖਿਆ ਜਾਂਦਾ ਹੈ। ਜਿਹੜਾ ਇਹ ਵਰਡ ਹੈ ਲਾइब्रेरी, ਦੈਟ ਇਜ਼ ਕਮਿੰਗ ਫਰੋਮ ਦਾ ਲੈਟਿਨ ਵਰਡ। ਲੈਟਿਨ ਵਰਡ ਤੋਂ ਡਰਾਈਵਡ ਹੋਇਆ। ਲੈਟਿਨ ਦਾ ਇੱਕ ਵਰਡ ਸੀ ਲਾइब्रेरिया, ਜਿਹਦੇ ਤੋਂ ਵਰਡ ਜਿਹੜਾ ਹੈਗਾ ਲਾइब्रेरी ਉਹ ਡਰਾਈਵਡ ਹੋਇਆ। ਇਹਦਾ ਮਤਲਬ ਕੀ ਹੈ? where a place where books are kept। ਇਹ ਜੀ ਜਗ੍ਹਾ ਜਿੱਥੇ ਆਪਾਂ ਬੁੱਕਸ ਨੂੰ ਸਟੋਰ ਕਰਕੇ ਰੱਖਦੇ ਆ, that is known as library। ਤਾਂ ਤੁਸੀਂ ਪੰਜਾਬੀ ਦੇ ਵਿੱਚ ਕੀ ਕਹਿ ਸਕਦੇ ਹੋ? ਲਾइब्रेरी ਤੋਂ ਭਾਵ ਇੱਕ ਇਹੋ ਜਿਹੀ ਬਿਲਡਿੰਗ ਜਾਂ ਕਮਰਿਆਂ ਤੋਂ ਹੈ ਜਿਸ ਦੇ ਵਿੱਚ ਆਮ ਤੌਰ ਤੇ ਪੁਸਤਕਾਂ ਕਾਫੀ ਵੱਡੇ ਲੈਵਲ ਤੇ ਇਕੱਠੀਆਂ ਕਰਕੇ ਰੱਖੀਆਂ ਜਾਂਦੀਆਂ ਹਨ। ਤਾਂ ਇਹਦੀ ਇੱਕ ਡੈਫੀਨੇਸ਼ਨ ਹੈ, J.H. ਸ਼ੇਰਾ ਆਪਣੇ ਰਾਈਟਰ ਹੋਏ ਹੈ, ਇਹਨਾਂ ਨੇ ਵੀ ਲਾइब्रेरी ਨੂੰ ਡਿਫਾਈਨ ਕੀਤਾ ਹੈ। ਅਕੋਰਡਿੰਗ ਟੂ J.H. ਸ਼ੇਰਾ ਅਨੁਸਾਰ ਲਾइब्रेरी ਸਾਡੀ ਸੱਭਿਆਚਾਰਕ ਉਨਤੀ ਦਾ ਗੁਣਨਫਲ ਹੈ, that how we are grow or successful in our culture relations। ਤਾਂ ਉਹਦੀ ਜਿਹੜੀ ਆਪਾਂ ਅੱਜ ਪਤਾ ਕਰਨਾ ਹੈ ਵੀ ਕਿੰਨਾ ਕੁ ਆਪਾਂ ਕਲਚਰ ਦੇ ਲੈਵਲ ਤੇ ਗਰੋ ਕਰ ਚੁੱਕੇ ਹਾਂ, that we are known from the library because there are different kind of books that are available in the library। ਵਿੱਚ ਲਾइब्रेरी ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਬੁੱਕਸ ਹੁੰਦੀਆਂ ਜਿੱਥੋਂ ਆਪਾਂ ਨੂੰ ਆਪਦੇ ਸੱਭਿਆਚਾਰ ਬਾਰੇ ਨੌਲੇਜ ਮਿਲਦੀ ਹੈ। ਆਪਾਂ ਪਹਿਲਾਂ ਕਿੱਥੇ ਸਟੈਂਡ ਕਰਦੇ ਸੀ, ਆਪਣਾ ਦੇਸ਼ ਕਿੱਥੇ ਸਟੈਂਡ ਕਰਦਾ ਸੀ ਤੇ ਅੱਜ ਆਪਣਾ ਦੇਸ਼ ਕਿੱਥੇ ਪਹੁੰਚ ਚੁੱਕਿਆ ਹੈ। ਦੇਖੋ ਅਲੱਗ-ਅਲੱਗ ਰਾਈਟਰ ਨੇ ਆਪਦੀਆਂ ਦੀਆਂ ਬੁੱਕਸ ਲਿਖੀਆਂ ਹੋਈਆਂ, ਆਪਣੀ ਹਿਸਟਰੀ ਨਾਲ ਰਿਲੇਟਡ ਬੁੱਕਸ ਚਾਹੀਦੀਆਂ, ਪੋਲਿਟੀ ਨਾਲ ਚਾਹੀਦੀਆਂ, ਆਪਣੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਬੁੱਕਸ ਚਾਹੀਦੀਆਂ। ਤਾਂ ਆਲ ਬੁੱਕਸ ਆਰ ਅਵੇਲੇਬਲ ਇਨ ਦਾ ਲਾइब्रेरी। ਜੇ ਅਸੀਂ ਜਾਣਨਾ ਚਾਹੁੰਦੇ ਹਾਂ ਸਾਡੇ ਸੱਭਿਆਚਾਰ ਨੇ ਕਿੰਨੀ ਕੁ ਉન્નਤੀ ਕੀਤੀ ਹੈ, ਸਾਡੇ ਦੇਸ਼ ਨੇ ਕਿੰਨੀ ਕੁ ਉન્નਤੀ ਕੀਤੀ ਹੈ, ਤਾਂ ਲਾइब्रेरी ਇਜ਼ ਅ ਗੁੱਡ ਸੋਰਸ ਫॉर that। ਤਾਂ ਸਭ ਤੋਂ ਜਿਹੜਾ ਬੈਸਟ ਸੋਰਸ ਹੈ that is library, that give us all kind of information that we want to know about our country, about our nation। ਤਾਂ these are the video that are compatible for both the mediums। If ever you have the English medium for the B.Ed and ever you have a Punjabi medium, so these videos are helpful for the both medium student। ਕਿਉਂਕਿ ਮੈਂ ਤੁਹਾਨੂੰ ਜਿਹੜੇ ਆਪਦੀ ਲੈਕਚਰ ਹੈ I will also provide you in a ਪੰਜਾਬੀ ਲੈਂਗੁਏਜ। ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਟ੍ਰਾਂਸਲੇਸ਼ਨ ਦੋਨਾਂ ਲੈਂਗੁਏਜ ਦੇ ਵਿੱਚ ਪ੍ਰੋਵਾਈਡ ਕੀਤੀ ਜਾਊਗੀ, so that all the medium of the student can be comfortable with this video। at the end of the video ਦੇ end ਤੇ ਜੋ ਵੀ ਮੈਂ ਇੱਕ ਸਿੰਪਲ ਜਿਹੇ ਨੋਟਸ ਪ੍ਰਪੇਅਰ ਕੀਤੇ ਹੈ I will give at the end of the video। ਤੁਸੀਂ ਉੱਥੋਂ ਇਹਨਾਂ ਦੀ ਜਿਹੜੀ ਸਮਰੀ ਹੈ ਉਹਨੂੰ ਪੜ੍ਹ ਕੇ easily you can go through all the topics। ਤੁਸੀਂ ਆਰਾਮ ਨਾਲ ਉਹਨਾਂ ਟੌਪਿਕਸ ਤੋਂ go through ਹੋ ਸਕਦੇ ਹੋ। ਬਾਕੀ you can even note all the things in your notebook while I am giving this lecture। ਤੇ ਉਸ ਤੋਂ ਇਲਾਵਾ ਅਕੋਰਡਿੰਗ ਟੂ ਦਾ ਡਾਕਟਰ S.R. ਰੰਗਨਾਥਨ, ਇੱਕ ਆਪਣੇ ਰਾਈਟਰ ਹੋਰ ਹੋਏ ਹੈ ਜਿਨ੍ਹਾਂ ਦਾ ਨਾਮ ਹੈ ਡਾਕਟਰ S.R. ਰੰਗਨਾਥਨ, that is called the founder of the library। ਓਕੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਫਾਊਂਡਰ ਆਫ ਦਾ ਲਾइब्रेरी ਕਿਹਾ ਜਾਂਦਾ। ਤਾਂ ਉਹਨਾਂ ਦੇ ਅਕੋਰਡਿੰਗ ਕੀ ਹੈ? ਅ ਲਾइब्रेरी ਇਜ਼ ਦਾ ਪਬਲਿਕ ਇੰਸਟੀਚਿਊਟ। ਲਾइब्रेरी ਕੀ ਹੈ? ਇੱਕ ਪਬਲਿਕ ਇੰਸਟੀਚਿਊਟ, ਮਤਲਬ ਕੋਈ ਵੀ ਪਰਸਨ ਉਸ ਦੇ ਵਿੱਚ ਆ ਸਕਦਾ। chained with case of collection of books and the duty of making them accessible to those who require to use of them। ਤਾਂ ਕੀ ਹੈ ਉਹਦੇ ਵਿੱਚ ਕੀ ਹੈ? there is a place that is a collection of book is there and these books are provided to the people who need that books। ਜਿਨ੍ਹਾਂ ਲੋਕਾਂ ਨੂੰ ਉਹਨਾਂ ਬੁੱਕਸ ਦੀ ਜ਼ਰੂਰਤ ਹੈ ਉਹ ਬੁੱਕਸ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ। ਤਾਂ ਦਿਸ ਇਜ਼ ਦ ਡੈਫੀਨੇਸ਼ਨ ਆਫ ਲਾइब्रेरी। ਆਈ ਥਿੰਕ ਬਹੁਤ ਸੌਖੇ ਸ਼ਬਦਾਂ ਵਿੱਚ ਤੁਸੀਂ ਲਾइब्रेरी ਸਮਝ ਗਏ। that is a place where books are kept and the books are kept in a organized way। ਸਮਝਦੇ ਨਾ, organized way ਚ ਹੋ ਗਿਆ। ਐਂ ਤਾਂ ਹੈ ਨਹੀਂ ਵੀ ਬੁੱਕਸ ਆਪਾਂ ਖਿਲਾਰ ਕੇ ਰੱਖਤੀਆਂ।
ਤਾਂ ਇੱਕ ਪ੍ਰੋਪਰ ਜਿਹੜੀਆਂ ਅਲਮੀਰਾਸ ਬਣੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਬੁੱਕਸ ਦਾ ਸੈਟਅਪ ਕਰਕੇ ਰੱਖਿਆ ਜਾਂਦਾ ਹੈ। ਉਸ ਆਰਗੇਨਾਈਜੇਸ਼ਨ ਕਰਨ ਦਾ ਮਕਸਦ ਕੀ ਹੁੰਦਾ ਹੈ ਤਾਂ ਕਿ ਆਪਾਂ ਨੂੰ ਕਿਸੇ ਵੀ ਕਿਸਮ ਦੀ ਬੁੱਕ ਚਾਹੀਦੀ ਆਪਾਂ ਈਜ਼ੀਲੀ ਉਸ ਬੁੱਕ ਨੂੰ ਅਸੈਸ ਕਰ ਪਾਈਏ। ਉਹਨਾਂ ਦੀ ਅਰੇਂਜਮੈਂਟ ਇਸ ਅਕੋਰਡਿੰਗ ਕੀਤੀ ਹੁੰਦੀ ਹੈ। ਦੇ ਆਰ ਅਰੇਂਜ ਇਨ ਦੈਟ ਫਾਰਮ that the writer name is in front of the user ਦੇ ਸਾਹਮਣੇ ਹੁੰਦਾ writer name, we can read the writer name and pick up the books that we are wanted। ਜਿਹੜੀ ਵੀ ਆਪਾਂ ਨੂੰ ਬੁੱਕ ਚਾਹੀਦੀ ਹੈ writer ਦਾ name ਡਾਇਰੈਕਟਲੀ ਲਿਖ ਕੇ ਆਪਾਂ ਉਸ ਬੁੱਕ ਨੂੰ ਪਿਕ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਜਾਂਦਾ aims and objective of libraries। aims and objectives of, ਪੰਜਾਬੀ ਚ ਇਹਨੂੰ ਕੀ ਕਹਾਂਗੇ, ਲਾਇਬ੍ਰੇਰੀ ਦੇ ਮਨੋਰਥ ਦੇ ਮਨੋਰਥ। ਮਤਲਬ ਕਿਉਂ ਆਪਾਂ ਨੂੰ ਲਾਇਬ੍ਰੇਰੀ ਦੀ ਜਿਹੜੀ ਹੈਗੀ ਹੈ ਉਹਦਾ ਏਮ ਕੀ ਹੈ, ਕੀ ਆਬਜੈਕਟਿਵ ਹੈ, ਵੀ ਕਿਉਂ ਆਪਾਂ ਉਹਨੂੰ ਯੂਜ਼ ਕਰਦੇ ਹਾਂ ਲਾਇਬ੍ਰੇਰੀ ਨੂੰ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾ ਪੁਆਇੰਟ ਇਹਦੇ ਵਿੱਚ ਹੈਗਾ ਗਿਆਨ ਸਮੱਗਰੀ ਦੀ ਸੰਭਾਲ ਤੇ ਸੁਰੱਖਿਆ, ਜਿਹਨੂੰ ਇੰਗਲਿਸ਼ ਕਹੋਗੇ ਮੇਨਟੇਨੈਂਸ ਆਫ ਪ੍ਰੈਜੈਂਟੇਸ਼ਨ ਐਂਡ ਨੌਲੇਜ। ਗਿਆਨ ਸਮੱਗਰੀ ਦੀ ਸੰਭਾਲ ਤੇ ਸੁਰੱਖਿਆ। ਇੱਕ ਪੁਆਇੰਟ ਮੈਂ ਪੰਜਾਬੀ ਚ ਲਿਖ ਦੂੰਗੀ, ਇੱਕ ਇੰਗਲਿਸ਼। ਐਟ ਦ ਐਂਡ ਆਫ ਦਾ ਵੀਡੀਓ ਮੈਂ ਤੁਹਾਨੂੰ ਦੱਸਿਆ ਜੋ ਵੀ ਮੇਰੇ ਨੋਟਸ ਪ੍ਰਿਪੇਅਰਡ ਹੈ ਉਹ ਮੈਂ ਪਿੱਛੇ ਅਪਲੋਡ ਕਰ ਦਾਂਗੀ। ਤਾਂ ਸਭ ਤੋਂ ਪਹਿਲਾ ਪੁਆਇੰਟ ਹੈ ਮੇਨਟੇਨੈਂਸ ਐਂਡ ਪ੍ਰੀਵੈਂਸ਼ਨ ਆਫ ਨੌਲੇਜ। ਦੇਖੋ ਹੁਣ ਲਾਇਬ੍ਰੇਰੀ ਕੀ ਹੈ, ਲਾਇਬ੍ਰੇਰੀ ਇੱਕ ਅਜਿਹੀ ਜਗ੍ਹਾ ਹੈ ਜਿਹਦੇ ਵਿੱਚ ਗਿਆਨ ਦੀ ਸਮੱਗਰੀ, ਤੁਹਾਨੂੰ ਕਿਸੇ ਵੀ ਕਿਸਮ ਦੀ ਨੌਲੇਜ ਚਾਹੀਦੀ ਹੈ ਉਹ ਤੁਹਾਨੂੰ ਲਾਇਬ੍ਰੇਰੀ ਦੇ ਵਿੱਚੋਂ ਮਿਲੂਗੀ। ਇੱਕ ਤਾਂ ਗਿਆਨ ਦੀ ਸਮੱਗਰੀ ਦੀ ਸੰਭਾਲ ਤੇ ਸੁਰੱਖਿਆ। ਜਿੰਨਾ ਵੀ ਆਪਣਾ ਗਿਆਨ ਹੈ, ਜਿੰਨੀ ਵੀ ਆਪਣੀ ਨੌਲੇਜ ਹੈ ਉਹ ਲਾਇਬ੍ਰੇਰੀ ਦੇ ਵਿੱਚ ਇੱਕ ਸੁਰੱਖਿਅਤ ਰੂਪ ਦੇ ਵਿੱਚ ਰੱਖੀ ਜਾਂਦੀ ਹੈ ਤਾਂ ਕਿ ਜਿਹੜੇ ਵਿਅਕਤੀ ਨੂੰ ਜਦੋਂ ਵੀ ਉਹ ਨੌਲੇਜ ਦੀ ਜ਼ਰੂਰਤ ਹੈ ਲਾਇਬ੍ਰੇਰੀ ਵਿੱਚੋਂ ਜਾ ਕੇ ਗੇਨ ਕਰ ਸਕਦਾ। ਇੰਗਲਿਸ਼ ਆਪਾਂ ਕੀ ਕਰ ਸਕਦੇ, ਇਟ ਇਜ਼ ਅ ਮੇਨਟੇਨੈਂਸ, ਉਹੀ ਚੀਜ਼ ਆ ਗਈ ਮੇਨਟੇਨੈਂਸ ਆਫ ਨੌਲੇਜ। ਨੌਲੇਜ ਨੂੰ ਮੇਨਟੇਨ ਕਰਕੇ ਰੱਖਿਆ ਜਾਂਦਾ and also provide security to that knowledge. There is a security is also provided to that knowledge so that the people who are needed for that particular kind of knowledge they can gain from that particular library। ਜਿਨ੍ਹਾਂ ਨੂੰ ਵੀ ਉਹ ਗਿਆਨ ਦੀ ਜ਼ਰੂਰਤ ਹੈ, ਉਸ ਗਿਆਨ ਦੀ ਸਮੱਗਰੀ ਦੀ ਜ਼ਰੂਰਤ ਹੈ, ਉਹ ਲਾਇਬ੍ਰੇਰੀ ਵਿੱਚ ਜਾਣ ਤੇ ਉੱਥੋਂ ਉਸ ਗਿਆਨ ਨੂੰ ਪ੍ਰਾਪਤ ਕਰ ਸਕਣ। ਸੈਕੰਡ ਪੁਆਇੰਟ ਇਜ਼ cataloging and classification of reading material। ਕੈਟਾਲੌਗਿੰਗ ਐਂਡ ਕਲਾਸੀਫਿਕੇਸ਼ਨ ਆਫ ਰੀਡਿੰਗ ਮਟੀਰੀਅਲ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਾਂਗੇ ਪੜ੍ਹਨ ਸਮੱਗਰੀ ਦੀ ਕੈਟਾਲੌਗਿੰਗ ਤੇ ਕਲਾਸੀਫਿਕੇਸ਼ਨ। ਤਾਂ ਹੈ ਤਾਂ ਇੰਗਲਿਸ਼ ਦੇ ਵਿੱਚ ਉਹੀ ਕੈਟਾਲੌਗਿੰਗ ਐਂਡ ਕਲਾਸੀਫਿਕੇਸ਼ਨ ਆਫ ਰੀਡਿੰਗ ਮਟੀਰੀਅਲ, ਜਾਂ ਫਿਰ ਪੰਜਾਬੀ 'ਚ ਆਪਾਂ ਉਹਨੂੰ ਕਹਿੰਦੇ ਹਾਂ ਪੜ੍ਹਨ ਸਮੱਗਰੀ। ਹੁਣ ਕਹਿੰਦਾ ਜਿਹੜੇ ਪੜ੍ਹਨ ਸਮੱਗਰੀਆਂ ਦੀ ਕੈਟਾਲੌਗਿੰਗ ਤੇ ਕਲਾਸੀਫਿਕੇਸ਼ਨ ਕਿਵੇਂ ਕੀਤੀ ਜਾਂਦੀ ਹੈ। ਕੈਟਾਲੌਗ ਕੀ ਹੁੰਦਾ, ਕੈਟਾਲੌਗ ਕੀ ਹੁੰਦਾ ਜਿਹਦੇ ਵਿੱਚ ਤੁਹਾਨੂੰ ਬੁੱਕਸ ਦੀ ਪੂਰੀ ਇੱਕ ਲਾਇਬ੍ਰੇਰੀ ਵਿੱਚ ਜਿੰਨੀਆਂ ਬੁੱਕਸ ਹੈਗੀਆਂ ਉਹਨਾਂ ਦਾ ਇੱਕ ਕੈਟਾਲੌਗ ਬਣਿਆ ਹੋਊਗਾ। ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਪਤਾ ਚੱਲ ਜੂਗਾ ਕਿਹੜੀ ਬੁੱਕ ਕਿੱਥੇ ਮਿਲ ਰਹੀ ਹੈ। ਜਿਵੇਂ ਕੋਈ ਆਪਣੀ ਹਿਸਟਰੀ ਨਾਲ ਰਿਲੇਟਡ ਬੁੱਕਸ ਹੈ ਉਹ ਕਿਹੜੀ ਅਲਮੀਰਾ ਦੇ ਵਿੱਚ ਪਈਆਂ, ਕੰਪਿਊਟਰਸ ਨਾਲ ਰਿਲੇਟਡ ਬੁੱਕਸ ਕਿਹੜੀਆਂ ਅਲਮੀਰਾ ਦੇ ਵਿੱਚ, ਐਜੂਕੇਸ਼ਨ ਨਾਲ ਰਿਲੇਟਡ ਕਿਹੜੀ ਅਲਮੀਰਾ ਦੇ। देयर इज अ कैटलॉगिंग इज डन फॉर द बुक। ਤਾਂ ਇੱਕ ਤਾਂ ਕੈਟਾਲੌਗਿੰਗ ਕੀਤੀ ਹੈ, ਸੈਕੰਡਲੀ ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ, ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੋਈ ਇੱਕ ਤਰ੍ਹਾਂ ਦੀਆਂ ਬੁੱਕਸ ਹੁੰਦੀਆਂ, देयर आर सो मेनी काइंड लाइक ਬੁੱਕਸ ਰਿਲੇਟਡ ਟੂ ਸਾਈਕੋਲੋਜੀ। ਠੀਕ ਹੈ, ਸਾਈਕੋ ਦੇ ਨਾਲ ਰਿਲੇਟਡ ਬੁੱਕਸ ਹੈਗੀਆਂ, ਬੁੱਕਸ ਰਿਲੇਟਡ ਟੂ ਲਾਇਬ੍ਰੇਰੀ particular library material, books related, there are different kind of subjects that are books are available in library, so we have to classify according to the user and according to the syllabus and according to the classes। ਤਾਂ ਆਪਾਂ ਉਹਨਾਂ ਨੂੰ class according to the writer also। ਠੀਕ ਹੈ, ਤਾਂ ਆਪਾਂ ਉਹਨਾਂ ਨੂੰ ਕੀ ਕਰਨਾ ਹੁੰਦਾ, ਬੁੱਕਸ ਨੂੰ ਕਲਾਸੀਫਾਈਡ ਕਰਨਾ ਹੁੰਦਾ। ਤਾਂ ਆਪਾਂ ਨੂੰ ਕਹਿੰਦੇ ਲਾਇਬ੍ਰੇਰੀ ਦਾ ਏਮ ਕੀ ਹੈ, ਇੱਕ ਤਾਂ ਯੂਜ਼ਰ ਨੂੰ ਕੈਟਾਲੌਗਿੰਗ, ਇੱਕ ਤਾਂ ਪ੍ਰੋਪਰ ਕੈਟਾਲੌਗਿੰਗ ਕਿਹੜੀ ਬੁੱਕ ਕਿੱਥੇ ਪਲੇਸ ਆਊਟ ਕੀਤੀ ਗਈ ਹੈ ਉਹ ਪਤਾ ਨੌਲੇਜ ਦੇਣ, ਤੇ ਕਲਾਸੀਫਿਕੇਸ਼ਨ ਹਰੇਕ ਸਬਜੈਕਟ ਦੀਆਂ ਜਿਹੜੀਆਂ ਬੁੱਕਸ ਆ ਉਹ ਅਲੱਗ-ਅਲੱਗ ਅਰੇਂਜ ਕਰਕੇ ਰੱਖੀਆਂ ਗਈਆਂ ਤਾਂ ਕਿ ਯੂਜ਼ਰ ਉਹਨਾਂ ਨੂੰ ਈਜ਼ੀਲੀ ਜਿਹੜਾ ਹੈਗਾ ਗੇਨ ਕਰ ਸਕੇ, ਜੋ ਵੀ ਉਹਨਾਂ ਚੋਂ ਨੌਲੇਜ ਲੈਣੀ ਹੈ ਜਾਂ ਈਜ਼ੀਲੀ ਉਹਨਾਂ ਨੂੰ ਫਾਈਂਡ ਆਊਟ ਕਰ ਸਕੇ। ਇਹ ਨਹੀਂ ਵੀ ਆਪਾਂ ਲਾਇਬ੍ਰੇਰੀ ਦੇ ਵਿੱਚੋਂ ਬੁੱਕ ਲੱਭਣ ਗਏ ਆ, ਆਪਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਸਬਜੈਕਟ ਦੇ ਆਪਾਂ ਬੁੱਕਸ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ ਉਹ ਕਿੱਥੇ ਪਈਆਂ। ਤਾਂ ਜੇ ਉਹਨਾਂ ਦੀ ਕੈਟਾਲੌਗਿੰਗ ਤੇ ਕਲਾਸੀਫਿਕੇਸ਼ਨ ਬਹੁਤ ਚੰਗੀ ਤਰ੍ਹਾਂ ਕੀਤੀ ਹੋਊਗੀ ਤਾਂ ਈਜ਼ੀਲੀ ਉਹ ਬੁੱਕਸ ਹੈਗੀਆਂ ਆਪਾਂ ਨੂੰ ਮਿਲ ਸਕਦੀਆਂ। ਥਰਡ ਇਜ਼ ਪੜ੍ਹਨ ਸਮੱਗਰੀ ਦੀ ਵਿਸਤਾਰ ਕਰਨਾ। ਪੜ੍ਹਨ ਸਮੱਗਰੀ ਦਾ ਵਿਸਤਾਰ ਕਰਨਾ, ਜਿਹਨੂੰ ਆਪਾਂ ਇੰਗਲਿਸ਼ ਕੀ ਕਵਾਂਗੇ ਐਕਸਪੈਂਡਿੰਗ ਰੀਡਿੰਗ ਮਟੀਰੀਅਲ। ਐਕਸਪੈਂਡਿੰਗ ਰੀਡਿੰਗ ਮਟੀਰੀਅਲ, ਪੜ੍ਹਨ ਸਮੱਗਰੀ ਦਾ ਵਿਸਤਾਰ ਕਰਨਾ। ਵਿਸਤਾਰ ਇਨ ਦਾ ਸੈਂਸ ਦੇਖੋ, ਅੱਜ ਤੋਂ ਜੇ ਮੈਂ 10 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ
बुक्स की है 10-100 गुना वध गई, विस्तार हो गया बुक्स का। ਜਿਹੜੀਆਂ ਪਹਿਲਾਂ ਬੁੱਕਸ ਸੀ ਉਹਨਾਂ ਦੇ ਕੁਝ ਐਕਸਟੈਂਡਡ ਵਰਜ਼ਨ ਨਿਕਲ ਗਿਆ ਜਾਂ ਕੁਝ ਨਵੀਆਂ ਰਿਸਰਚ ਹੁੰਦੀਆਂ ਰਹਿੰਦੀਆਂ ਜਿਵੇਂ, ਤਾਂ ਉਹਨਾਂ ਰਿਸਰਚ ਦੇ ਨਾਲ ਰਿਲੇਟਡ ਜਾਂ ਕੋਈ ਨਵਾਂ ਕੁਝ ਆਪਣੇ ਸਿਲੇਬਸ ਦੇ ਵਿੱਚ ਐਡ ਹੋਇਆ, ਠੀਕ ਹੈ, ਕਿਸੇ ਨੇ ਨਵੀਂ ਕੋਈ ਖੋਜ ਕੀਤੀ ਹੈ, ਕੋਈ ਐਕਸਪੈਰੀਮੈਂਟ ਕੀਤਾ ਹੈ, ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਬੁੱਕਸ ਜਿਹੜੀਆਂ ਟਾਈਮ ਟੂ ਟਾਈਮ ਕੀ ਹੁੰਦੀਆਂ, ਰੀਡਿੰਗ ਮਟੀਰੀਅਲ ਜਿਹੜਾ ਉਹ ਹਰ ਟਾਈਮ ਕੀ ਰਹਿੰਦਾ, ਮਤਲਬ ਵੱਧਦਾ ਰਹਿੰਦਾ। ਤਾਂ ਪੜ੍ਹਨ ਸਮੱਗਰੀ ਦਾ ਵਿਸਤਾਰ ਕਰਨ, ਤਾਂ देयर इज अ रिस्पांसिबिलिटी ऑफ द लाइब्रेरी दैट एक्सपैंड द मटीरियल रिलेटेड टू द अपना रीडिंग, ठीक है ना। ਜਿਹੜਾ ਰੀਡਿੰਗ ਨਾਲ ਰਿਲੇਟਡ ਮਟੀਰੀਅਲ ਆ ਉਹਨੂੰ ਟਾਈਮ ਟੂ ਟਾਈਮ ਐਕਸਪੈਂਡ ਕਰਦੇ ਰਹਿਣਾ, ਉਹਦਾ ਵਿਸਤਾਰ ਕਰਦੇ ਰਹਿਣਾ, ਮੀਨਸ ਨਵੀਆਂ ਬੁੱਕਸ ਲਾਇਬ੍ਰੇਰੀ ਦੇ ਵਿੱਚ ਟਾਈਮ ਟੂ ਟਾਈਮ ਆਉਂਦੀਆਂ ਰਹਿਣ, ਤਾਂ ਕਿ ਯੂਜ਼ਰ ਨੂੰ ਪਤਾ ਲੱਗਦਾ ਰਹੇ, ਤਾਂ ਕਿ ਸਟੂਡੈਂਟਸ ਨੂੰ ਜਾਂ ਜੋ ਪੜ੍ਹਨਾ ਚਾਹੁੰਦਾ ਹੈ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਕਿਹੜੀਆਂ ਨਵੀਆਂ ਬੁੱਕਸ ਆ ਗਈਆਂ। ਤਾਂ ਲਾਇਬ੍ਰੇਰੀ ਆਲਵੇਜ਼ ਐਕਸਪੈਂਡਡ ਇਟਸੈਲਫ, ਤਾਂ ਲਾਇਬ੍ਰੇਰੀ ਆਪਦੇ ਆਪ ਨੂੰ ਹਮੇਸ਼ਾ ਕੀ ਕਰਦੀ ਰਹਿੰਦੀ ਹੈ, ਐਕਸਪੈਂਡ ਕਰਦੀ ਰਹਿੰਦੀ ਹੈ, ਕਿਉਂਕਿ ਨੌਲੇਜ ਕਦੇ ਖਤਮ ਨਹੀਂ ਹੁੰਦੀ। ਜਿਵੇਂ ਜਿਵੇਂ ਐਕਸਪੈਰੀਮੈਂਟ ਹੁੰਦੇ ਜਾਂਦੇ ਆ, ਜਿਵੇਂ ਜਿਵੇਂ ਬੁੱਕਸ ਵੱਧਦੀਆਂ ਜਾਂਦੀਆਂ, ਉਵੇਂ ਉਵੇਂ ਲਾਇਬ੍ਰੇਰੀ ਦਾ ਕੀ ਹੁੰਦਾ ਜਾਂਦਾ ਹੈ, ਵਿਸਤਾਰ ਹੁੰਦਾ ਜਾਂਦਾ। ਨੈਕਸਟ ਪੁਆਇੰਟ ਇਜ਼ ਟੂ ਪ੍ਰੀਜ਼ਰਵ ਨਿਊਜ਼ਪੇਪਰ ਕਲਿੱਪਿੰਗ। ਟੂ ਪ੍ਰੀਜ਼ਰਵ ਨਿਊਜ਼ਪੇਪਰ ਕਲਿੱਪਿੰਗ, ਅਖਬਾਰਾਂ ਦੀਆਂ ਕਾਤਰਾਂ ਨੂੰ ਸੰਭਾਲਣਾ। ਹੁਣ ਤੁਸੀਂ ਨੋਟਿਸ ਕੀਤਾ ਹੋਣਾ ਲਾਇਬ੍ਰੇਰੀ ਦੇ ਵਿੱਚ ਹਰ ਮੀਡੀਅਮ ਦੇ ਨਾਲ ਰਿਲੇਟਡ ਜਿਹੜੇ ਹੈਗੇ ਆ ਨਿਊਜ਼ਪੇਪਰ ਆਉਂਦੇ ਆ, ਅੰਗਰੇਜ਼ੀ, ਇੰਗਲਿਸ਼, ਪੰਜਾਬੀ, ਹਿੰਦੀ, ਸਾਰੀਆਂ ਲੈਂਗੁਏਜ ਨਾਲ ਰਿਲੇਟਡ ਨਿਊਜ਼ਪੇਪਰ ਜਿਹੜੇ ਲਾਇਬ੍ਰੇਰੀ ਦੇ ਵਿੱਚ ਆਉਂਦੇ ਆ। ਉਸ ਤੋਂ ਇਲਾਵਾ ਲਾਇਬ੍ਰੇਰੀਅਨ ਦੀ ਇੱਕ ਰਿਸਪਾਂਸਿਬਿਲਿਟੀ ਹੁੰਦੀ ਹੈ ਜਿਹੜੀਆਂ ਕਿ ਬਹੁਤ ਇੰਪੋਰਟੈਂਟ ਨਿਊਜ਼ ਹੁੰਦੀਆਂ, ਠੀਕ ਹੈ, ਉਹਨਾਂ ਨੂੰ ਕਟਿੰਗ ਕਰਕੇ ਵੀ ਸੰਭਾਲ ਕੇ ਰੱਖਿਆ ਜਾਂਦਾ, ਕੁਝ ਬੁੱਕਸ ਦੇ ਵਿੱਚ ਅਰੇਂਜ ਕੀਤਾ ਜਾਂਦਾ, ਜਾਂ ਫਿਰ ਪੁਰਾਣੇ ਤੋਂ ਪੁਰਾਣੇ ਨਿਊਜ਼ਪੇਪਰ ਵੀ ਹੁੰਦੇ ਜਿਹੜੇ ਉਹਨਾਂ ਦੀ ਵੀ ਐਂਟਰੀ ਹੁੰਦੀ ਹੈ ਲਾਇਬ੍ਰੇਰੀ ਦੇ ਵਿੱਚ, ਤੇ ਉਹਨਾਂ ਨੂੰ ਵੀ ਜੇ ਤੁਹਾਨੂੰ ਆਪਾਂ ਕਹਿੰਦੇ 10 ਸਾਲ ਪੁਰਾਣਾ ਕੋਈ ਨਿਊਜ਼ਪੇਪਰ ਚਾਹੀਦਾ, ਉਹ ਵੀ ਆਪਾਂ ਨੂੰ ਲਾਇਬ੍ਰੇਰੀ ਦੇ ਵਿੱਚੋਂ ਅਕੋਰਡਿੰਗ ਟੂ ਡੇਟ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਇਹ ਲਾਇਬ੍ਰੇਰੀ ਦੀ ਮਤਲਬ ਇਹੀ ਇੱਕ ਵਿਸ਼ੇਸ਼ਤਾ ਹੈ, ਆਪਾਂ ਏਮ ਕਹਿ ਸਕਦੇ ਹਾਂ। ਉਹਦਾ ਏਮ ਕੀ ਹੈ, ਮਤਲਬ ਕੀ ਕਰਨਾ ਚਾਹੁੰਦੇ ਹੈ, ਟੂ ਪ੍ਰੀਜ਼ਰਵ ਨਿਊਜ਼ਪੇਪਰ ਕਲਿੱਪਿੰਗ, ਨਿਊਜ਼ਪੇਪਰ ਦੇ ਜਿਹੜੇ ਕਾਤਰ ਹੈ ਜਾਂ ਨਿਊਜ਼ਪੇਪਰ ਉਹਨਾਂ ਨੂੰ ਫਿਊਚਰ ਯੂਜ਼ ਲਈ ਸੰਭਾਲ ਕੇ ਰੱਖਣਾ। ਬਹੁਤ ਵਾਰੀ ਐਂ ਹੋ ਜਾਂਦਾ ਵੀ ਕੋਈ ਪੁਰਾਣੀ ਖਬਰ ਲੱਗੀ ਹੁੰਦੀ ਆ, ਆਪਾਂ ਨੂੰ 5-7 ਸਾਲ ਬਾਅਦ ਉਸ ਨਿਊਜ਼ ਦੀ ਜ਼ਰੂਰਤ ਪੈ ਜਾਂਦੀ ਹੈ। ਹੁਣ ਘਰ ਵਿੱਚ ਤਾਂ ਆਪਾਂ 5-7 ਸਾਲ ਪੁਰਾਣੇ ਨਿਊਜ਼ਪੇਪਰ ਸੰਭਾਲ ਕੇ ਨਹੀਂ ਰੱਖ ਸਕਦੇ। ਦ ਬੈਟਰ ਸੋਲਿਊਸ਼ਨ ਇਜ਼ ਦੈਟ ਵੀ ਹੈਵ ਟੂ ਗੋ ਟੂ ਦ ਲਾਇਬ੍ਰੇਰੀ, ਲਾਇਬ੍ਰੇਰੀ ਜਾ ਕੇ we are founding all the newspaper that we have needed, ਜਿਹੜੇ ਆਪਾਂ ਨੂੰ ਚਾਹੀਦੇ ਆ, ਆਪਾਂ ਉਹ ਸਾਰੇ ਨਿਊਜ਼ਪੇਪਰ ਜਾ ਕੇ ਲਾਇਬ੍ਰੇਰੀ ਦੇ ਵਿੱਚ by giving the date and the newspaper and the news to the librarian, and he or she will be provide us to that particular newspaper। ਆਪਾਂ ਲਾਇਬ੍ਰੇਰੀਅਨ ਨੂੰ ਸਾਰੀ ਨੌਲੇਜ ਦੇ ਦਿੰਦੇ, ਮੈਨੂੰ ਇਸ ਪਰਟੀਕੂਲਰ ਜਿਵੇਂ ਮੈਨੂੰ ਅਜੀਤ ਅਖਬਾਰ ਚਾਹੀਦਾ ਜਾਂ ਆਈ ਨੀਡ ਅ ਪੰਜਾਬ ਕੇਸਰੀ ਔਨ ਡੇਟ ਦਿਸ, ਤਾਂ ਲਾਇਬ੍ਰੇਰੀ ਨੇ ਆਪਾਂ ਨੂੰ ਉਹਦੀ ਐਂਟਰੀ ਕੀਤੀ ਵੀ ਹੁੰਦੀ ਹੈ, ਤਾਂ ਆਪਾਂ ਨੂੰ ਉਹ ਨਿਊਜ਼ਪੇਪਰ ਪ੍ਰੋਵਾਈਡ ਕਰਦਾ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਲਾਇਬ੍ਰੇਰੀ ਦੇ ਵਿੱਚ ਸੰਭਾਲ ਕੇ ਰੱਖੀਆਂ। ਨੈਕਸਟ ਪੁਆਇੰਟ ਇਜ਼ 4 ਪੁਆਇੰਟ ਹੋ ਚੁੱਕਿਆ ਆਪਣਾ। ਪੰਜਵਾਂ ਹੈਗਾ ਰਸਮੀ ਸਿੱਖਿਆ ਵਿੱਚ ਯੋਗਦਾਨ। ਰਸਮੀ ਸਿੱਖਿਆ ਕੰਟਰੀਬਿਊਸ਼ਨ ਟੂ ਫਾਰਮਲ ਐਜੂਕੇਸ਼ਨ। ਤੁਹਾਨੂੰ ਪਤਾ ਹੈ ਦੋ ਤਰ੍ਹਾਂ ਦੀ ਐਜੂਕੇਸ਼ਨ ਹੁੰਦੀ ਹੈ, ਫਾਰਮਲ ਤੇ ਇਨਫਾਰਮਲ। ਫਾਰਮਲ ਜਿਹੜੀ ਕਿ ਆਪਾਂ ਸਕੂਲ ਕਾਲਜਿਸ ਦੇ ਵਿੱਚ ਜਾ ਕੇ ਗੇਨ ਕਰਦੇ ਆ, that are provided by the proper teacher are there and proper timetable are there, proper classes are there, we have to follow all the rules and regulation for gaining the formal education। ਜੇ ਆਪਾਂ ਨੂੰ ਰਸਮੀ ਸਿੱਖਿਆ ਚਾਹੀਦੀ ਤਾਂ ਆਪਾਂ ਨੂੰ ਸਾਰੇ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨੇ ਚਾਹੀਦੇ। and there is a informal informal education that we are gain from any social meetings, from gurdwaras, from mandirs। ਵੀ ਆਪਾਂ ਕਿਸੇ ਸੋਸ਼ਲ ਮੀਟਿੰਗ ਤੇ ਗਏ ਆ, ਉੱਥੋਂ ਜਿਹੜੀ ਆਪਾਂ ਨੂੰ ਨੌਲੇਜ ਪ੍ਰਾਪਤ ਹੁੰਦੀ ਹੈ ਉਹ ਆਪਣੀ ਕੀ ਹੁੰਦੀ ਹੈ, ਗੈਰ ਰਸਮੀ ਸਿੱਖਿਆ ਹੁੰਦੀ ਹੈ। ਤਾਂ ਵੀ ਆਰ ਟਾਕਿੰਗ ਅਬਾਊਟ ਰਸਮੀ ਸਿੱਖਿਆ ਵਿੱਚ ਯੋਗਦਾਨ, ਕੰਟਰੀਬਿਊਸ਼ਨ ਇਨ ਦਾ ਫਾਰਮਲ ਐਜੂਕੇਸ਼ਨ। ਲਾਇਬ੍ਰੇਰੀ ਆਪਣੀ ਫਾਰਮਲ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਹਿੱਸਾ ਨਿਭਾਉਂਦੀ ਹੈ। ਜੋ ਵੀ ਆਪਣੀਆਂ ਸਬਜੈਕਟ ਦੇ ਨਾਲ ਰਿਲੇਟਡ ਬੁੱਕਸ ਹੁੰਦੀਆਂ ਹੈਗੀਆਂ ਜਾਂ ਮਟੀਰੀਅਲ ਹੁੰਦਾ ਉਹ ਆਪਾਂ ਨੂੰ ਲਾਇਬ੍ਰੇਰੀ ਦੇ ਵਿੱਚ ਮਿਲ ਜਾਂਦਾ ਹੈ, ਠੀਕ ਹੈ ਨਾ। ਹੁਣ ਜਿਵੇਂ ਸਪੋਜ਼ ਤੁਸੀਂ ਬੀਐਡ ਕਰ ਰਹੇ ਹੋ, ਦੇयर इज अ semester first of the B.Ed, you need a book like library and learning resources, you can go to the library and find these books for your syllabus। this book is completing all the syllabus that is related to the first sem। ਤਾਂ ਤੁਹਾਨੂੰ ਇਹ ਸਾਰਾ ਜਿੰਨਾ ਵੀ ਮਟੀਰੀਅਲ ਉਹ ਇਸ ਬੁੱਕ ਦੇ ਵਿੱਚ ਮਿਲੂਗਾ, ਲੇਕਿਨ ਇਹ ਬੁੱਕ ਤੁਹਾਨੂੰ ਕਿੱਥੋਂ ਮਿਲੇ, ਲਾਇਬ੍ਰੇਰੀ ਵਿੱਚ। ਤਾਂ ਲਾਇਬ੍ਰੇਰੀ ਆਪਾਂ ਨੂੰ ਕੀ ਹੈ, ਰਸਮੀ ਸਿੱਖਿਆ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਯੋਗਦਾਨ ਪ੍ਰਦਾਨ ਕਰਦੀ ਹੈ। ਆਪਾਂ ਨੂੰ ਆਪਣਾ ਸਿਲੇਬਸ ਜਿਹੜਾ ਹੈਗਾ, ਆਪਣੀ ਜਿਹੜੀਆਂ ਬੁੱਕਸ ਆ ਉਹ ਲਾਇਬ੍ਰੇਰੀ ਦੇ ਵਿੱਚ ਅਵੇਲੇਬਲ ਹੁੰਦੀਆਂ ਜਿਹੜੀਆਂ ਕਿ ਆਪਾਂ ਈਜ਼ੀਲੀ ਗੇਨ ਕਰ ਸਕਦੇ। 6th point is providing a reading atmosphere।
ਪੜਨ ਮਾਹੌਲ ਪ੍ਰਦਾਨ ਕਰਨਾ। ਹੁਣ ਕਹਿੰਦੇ ਲਾਇਬ੍ਰੇਰੀ ਦੇ ਵਿੱਚ ਕੀ ਹੈ, ਆਪਾਂ ਨੂੰ ਇੱਕ ਪੜਨ ਦਾ ਮਾਹੌਲ ਪ੍ਰਦਾਨ ਕਰਦੀ ਹੈ ਲਾਇਬ੍ਰੇਰੀ। ਪੜਨ ਦਾ ਮਾਹੌਲ, ਸ਼ਾਂਤੀ ਹੁੰਦੀ ਹੈ, ਤੁਹਾਨੂੰ ਪਤਾ ਹੋਊਗਾ ਲਾਇਬ੍ਰੇਰੀ ਦੇ ਵਿੱਚ ਜਾ ਕੇ ਕੋਈ ਵੀ ਬੰਦਾ ਸ਼ੋਰ ਨਹੀਂ ਕਰ ਸਕਦਾ, ਆਪਾਂ ਨੂੰ ਸਾਇਲੈਂਟਲੀ ਉੱਥੇ ਬੈਠਣਾ ਪੈਂਦਾ, ਕੀਪ ਕੁਆਇਟ, ਇਸ ਤਰ੍ਹਾਂ ਦੇ ਜਿਹੜੇ ਹੈਗੇ ਲਾਇਬ੍ਰੇਰੀ ਦੇ ਵਿੱਚ ਕਾਫੀ ਮੋਟੋਸ ਲੱਗੇ ਹੁੰਦੇ ਆ। ਵੀ ਹੈਵ ਟੂ ਫੋਲੋ ਆਲ ਦਾ ਰੂਲਸ ਐਂਡ ਰੈਗੂਲੇਸ਼ਨ ਆਫ ਦਾ ਲਾਇਬ੍ਰੇਰੀ, ਵੀ ਹੈਵ ਟੂ ਗੋ देयर ਐਂਡ ਸਿਟ ਸਾਇਲੈਂਟਲੀ ਐਂਡ ਰੀਡ ਦਾ ਬੁੱਕਸ, ਠੀਕ ਹੈ, ਵਿਦਾਊਟ ਡਿਸਟਰਬਿੰਗ ਐਨੀ ਅਦਰ ਵਨ। ਤਾਂ ਆਪਾਂ ਕਿਸੇ ਨੂੰ ਡਿਸਟਰਬ ਨਹੀਂ ਕਰਦੇ, ਤਾਂ ਉੱਥੇ ਇੱਕ ਕੀ ਹੈ, ਪੜਨ ਦਾ ਇੱਕ ਮਾਹੌਲ ਜਿਹਾ ਪੈਦਾ ਹੋ ਜਾਂਦਾ। ਆਪਾਂ ਸ਼ਾਂਤੀ 'ਚ ਬੈਠ ਕੇ ਜੋ ਵੀ ਆਪਣੇ ਟੌਪਿਕ ਦੀ ਕਲੈਰੀਫਿਕੇਸ਼ਨ ਹੈ, ਜੋ ਵੀ ਆਪਾਂ ਨੂੰ ਬੁੱਕਸ ਚਾਹੀਦੀਆਂ ਇਸ ਲਾਇਬ੍ਰੇਰੀ 'ਚ ਗੇਨ ਕਰਕੇ ਸ਼ਾਂਤੀ ਵਿੱਚ ਬੈਠ ਕੇ ਆਪਣੇ ਟੌਪਿਕ ਦੀ ਜਿਹੜੀ ਹੈ ਪ੍ਰੈਪਰੇਸ਼ਨ ਕਰ ਸਕਦੇ। ਤਾਂ ਇਟ ਇਜ਼ ਪ੍ਰੋਵਾਈਡਿੰਗ ਅ ਰੀਡਿੰਗ ਐਟਮੋਸਫੀਅਰ। ਤਾਂ ਇੱਕ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਜਿਹਦੇ ਵਿੱਚ ਆਪਾਂ ਨੂੰ ਕਿਸੇ ਵੀ ਚੀਜ਼ ਨੂੰ ਪੜ੍ਹਨਾ ਸਮਝਣਾ ਸੌਖਾ ਹੋ ਜਾਂਦਾ। ਤਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਨੇ ਹੀ ਪੁਆਇੰਟ ਕਰਵਾਵਾਂਗੀ। ਪਹਿਲਾਂ ਯੂ ਹੈਵ ਟੂ ਸੀ ਆਲ ਥੀਸ ਪੁਆਇੰਟਸ, ਠੀਕ ਹੈ, ਇਹਨਾਂ ਨੂੰ ਤੁਸੀਂ ਦੇਖਿਓ, ਸਾਰੇ ਪੁਆਇੰਟਸ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਐਂਡ ਜੇ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਯੂ ਕੈਨ ਆਸਕ ਮੀ ਐਨੀ ਟਾਈਮ।